जी। हम मैले तुम ऊजल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता। माधो माधो हम ऐसे तू ऐसा। हम पापी तुम पाप खंडन, नीको ठाकुर देसा। नीको ठाकुर देसा। आए प्रभु शरणागति, कृपा निध दयाल। एक अखर हर मन वस्त, नानक होत निहाल। एक अखर एक अखर हर मन वस्त, नानक होत निहाल। सन्मानयोग गुरु प्यारी साध संगत जी, गुरु नानक साहिब जी ने साडे ते तरस कीता है। ਅੰਮ੍ਰਿਤ ਵੇਲੇ ਦੀ ਦਾਤ ਸਾਡੀ ਝੋਲੀ ਦੇ ਵਿੱਚ ਪਾਈ ਹੈ। ਰੋਜ਼ਾਨਾ ਹੀ ਅਸੀਂ ਗੁਰੂ ਸਾਹਿਬ ਦੀ ਬਾਣੀ ਅਤੇ ਬਾਣੀ ਦੀਆਂ ਵਿਚਾਰਾਂ ਨੂੰ ਸਰਵਣ ਕਰਦੇ ਹਾਂ। ਸੋ ਆਓ ਗੁਰਬਾਣੀ ਦੀ ਵਿਚਾਰ ਦੀ ਆਰੰਭਤਾ ਕਰੀਏ। ਪ੍ਰਥਮ ਪਿਆਰ ਤੇ ਸਤਿਕਾਰ ਸਹਿਤ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਪਾਵਨ ਹੁਕਮਨਾਮਾ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਰਸਨਾ ਤੋਂ ਗਾਇਆ ਹੋਇਆ ਹੈ, ਜੋ ਕਿ ਟੋਡੀ ਰਾਗ ਦੇ ਵਿੱਚ 711 ਅੰਗ ਤੋਂ ਆਰੰਭ ਹੋ ਕੇ 712 ਅੰਗ 'ਤੇ ਇਸ ਦੀ ਸਮਾਪਤੀ ਹੋ ਜਾਂਦੀ ਹੈ। ਦੁਨੀਆ ਦੇ ਵਿੱਚ ਅਸੀਂ ਕਈ ਦਫਾ ਵਿਚਰਦੇ ਸਮੇਂ ਗੁਰੂ ਅਰਜਨ ਦੇਵ ਜੀ ਕਹਿ ਦਿੰਦੇ ਹਾਂ ਕਿ ਫਲਾਣੇ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਹੈ, ਉਹ ਬੰਦਾ ਉਹਨੇ ਮੇਰੇ ਨਾਲ ਧੋਖਾ ਕੀਤਾ, ਦਗਾ ਕਮਾਈ ਆ, ਜ਼ਿੰਦਗੀ ਦੇ ਵਿੱਚ ਮੇਰਾ ਸਾਥ ਨਹੀਂ ਦਿੱਤਾ। ਪਰ ਗੁਰੂ ਮਹਾਰਾਜ ਜੀ ਕਹਿੰਦੇ ਦੁਨੀਆ ਵਿੱਚ ਆ ਕੇ ਪੈਦਾ ਹੋ ਕੇ ਅਸੀਂ ਆਪਣੇ ਆਪ ਨੂੰ ਜਿੰਨਾ ਧੋਖਾ ਦਿੰਦੇ ਹਾਂ, ਇਤਨਾ ਧੋਖਾ ਦੂਜਾ ਨਹੀਂ ਦੇ ਸਕਦਾ। ਫਿਰ ਦੁਹਰਾ ਦੇਵਾਂ, ਗੁਰੂ ਸਾਹਿਬ ਜੀ ਕਹਿੰਦੇ ਦੁਨੀਆ ਵਿੱਚ ਪੈਦਾ ਹੋ ਕੇ ਅਸੀਂ ਜਿੰਨਾ ਧੋਖਾ ਆਪਣੇ ਆਪ ਨੂੰ ਦਿੰਦੇ ਹਾਂ, ਸ਼ਾਇਦ ਹੀ ਕੋਈ ਹੋਵੇ ਕਿ ਇਤਨਾ ਧੋਖਾ ਸਾਨੂੰ ਕੋਈ ਹੋਰ ਦੇ ਸਕੇ।
ਜਨਮ ਤੋਂ ਲੈ ਕੇ ਮੌਤ ਤੱਕ ਸਾਰੀ ਜ਼ਿੰਦਗੀ ਅਸੀਂ ਆਪਣੇ ਆਪ ਨੂੰ ਧੋਖਾ ਹੀ ਦਿੰਦੇ ਹਾਂ, ਆਪਣੇ ਆਪ ਤੋਂ ਭੱਜਦੇ ਹਾਂ, ਨੱਸਦੇ ਹਾਂ। ਉਹਦਾ ਕਾਰਨ ਕੀ ਆ? ਕਿਹਾ ਜਾਂਦਾ ਮਨੁੱਖ ਇੱਕ ਐਸਾ ਪ੍ਰਾਣੀ ਆ ਜਿਹੜਾ ਦੂਜਿਆਂ ਦੇ ਨਾਲ ਬੈਠ ਸਕਦਾ, ਗੱਲਾਂ ਕਰ ਸਕਦਾ। ਮਨੁੱਖ ਅਖਬਾਰ ਦੇ ਨਾਲ ਬੈਠ ਸਕਦਾ, ਕੋਈ ਕਿਤਾਬ ਆ ਉਹਦੇ ਨਾਲ ਬੈਠ ਸਕਦਾ, ਪਰ ਆਪਣੇ ਆਪ ਨਾਲ ਨਹੀਂ ਬੈਠ ਸਕਦਾ। ਮਨੁੱਖ ਦੂਜਿਆਂ ਦੇ ਬਾਰੇ ਬਹੁਤ ਕੁਝ ਜਾਣਦਾ, ਬਹੁਤ ਕੁਝ ਜਾਣਦਾ ਹੈ, ਪਰ ਆਪਣੇ ਆਪ ਦੇ ਬਾਰੇ ਵਿੱਚ ਕੱਖ ਵੀ ਨਹੀਂ ਜਾਣਦਾ। ਮਨੁੱਖ ਨੂੰ ਦੂਜਿਆਂ ਬਾਰੇ ਬਹੁਤ ਪਤਾ ਹੈ, ਦੂਜਿਆਂ ਦੀਆਂ ਖਾਮੀਆਂ, ਗਲਤੀਆਂ, ਕਮੀਆਂ, ਪਰ ਆਪਣੀਆਂ ਕਮੀਆਂ ਬਾਰੇ ਇਸ ਨੂੰ ਬਿਲਕੁਲ ਵੀ ਕੋਈ ਬੋਧ ਨਹੀਂ। ਇਸ ਕਰਕੇ ਕਿਹਾ ਜਾਂਦਾ, ਆਪਣੇ ਆਪ ਨੂੰ ਸਮਝੇ ਤੋਂ ਬਗੈਰ ਜ਼ਿੰਦਗੀ ਜਿਉਣੀ ਆਪਣੇ ਆਪ ਨੂੰ ਧੋਖਾ ਦੇਣਾ ਹੀ ਹੈ। ਆਪਣੇ ਆਪ ਨਾਲ ਦਗਾ ਕਮਾਉਣੀ ਆ। ਤਾਂ ਅਸੀਂ ਉਹ ਲੋਕ ਹਾਂ, ਗੁਰੂ ਅਰਜਨ ਦੇਵ ਜੀ ਕਹਿੰਦੇ, ਜਿਨ੍ਹਾਂ ਨੇ ਪਰਮਾਤਮਾ ਨੂੰ ਭੁਲਾ ਕੇ ਆਪਣੇ ਆਪ ਨਾਲ ਧੋਖਾ ਕੀਤਾ ਹੈ। ਗੁਰੂ ਅਰਜਨ ਦੇਵ ਜੀ ਉਹਨੂੰ ਭੁਲਾ ਕੇ ਆਪੇ ਹੀ ਖੁਆਰ ਹੋਏ ਹਾਂ। ਇੱਕ ਤਾਂ ਹੁੰਦਾ ਨਾ ਕਿ ਦੂਜਾ ਬੰਦਾ ਮੈਨੂੰ ਧੋਖਾ ਦੇ ਰਿਹਾ, ਮੇਰੇ ਨਾਲ ਕੁਝ ਗਲਤ ਕਰ ਰਿਹਾ, ਮੈਂ ਤਾਂ ਉਹ ਇਨਸਾਨ ਹਾਂ ਜਿਹੜਾ ਆਪਣੇ ਆਪ ਨੂੰ ਹੀ ਨਿੱਤ ਧੋਖਾ ਦਿੰਦਾ, ਨਿੱਤ ਛੱਡੋ ਪਲ ਪਲ ਧੋਖਾ ਦਿੰਦਾ ਹਾਂ, ਉਹ ਹਾਂ ਮੈਂ। ਸ਼ੇਖ ਸਾਦੀ ਜੀ ਨੂੰ ਪੜ੍ਹ ਰਿਹਾ ਸੀ, ਬਹੁਤ ਸੁੰਦਰ ਕਹਿੰਦੇ ਨੇ ਇੱਕ ਬਚਨ, ਕਹਿੰਦੇ ਮੋਰ ਕਿੰਨਾ ਸੋਹਣਾ ਹੁੰਦਾ, ਉਹਦੇ ਉੱਪਰ ਕਿੰਨੀ ਚਿੱਤਰਕਾਰੀ ਕੀਤੀ ਹੁੰਦੀ ਆ ਉਸ ਪਾਕ ਪਰਵਦਗਾਰ ਖੁਦਾ ਨੇ, ਉਸ ਕਰੀਮ ਰਹੀਮ ਨੇ। ਲੋਕ ਦੇਖ ਕੇ ਉਹਦੀ ਸਿਫਤ ਕਰਦੇ ਨੇ, ਪਰ ਮੋਰ ਆਪਣੇ ਪੈਰਾਂ ਨੂੰ ਦੇਖ ਕੇ ਸ਼ਰਮਿੰਦਾ ਹੁੰਦਾ। ਕਹਿੰਦੇ ਲੋਕ ਮੈਨੂੰ ਕਹਿੰਦੇ ਨੇ ਤੂੰ ਵਿਦਵਾਨ ਹੈ, ਬਹੁਤ ਪੜ੍ਹਿਆ ਲਿਖਿਆ ਹੈ ਸਾਦੀ, ਪਰ ਕਹਿੰਦੇ ਮੈਂ ਆਪਣੀਆਂ ਕਮੀਆਂ ਦੇਖ ਕੇ, ਆਪਣੇ ਆਪ ਨੂੰ ਜਾਣ ਕੇ ਕਿ ਮੈਂ ਇੰਨਾ ਮਾੜਾ ਹਾਂ, ਇੰਨਾ ਬੁਰਾ ਹਾਂ ਅੰਦਰੋਂ, ਮੈਂ ਸ਼ਰਮਸਾਰ ਹੁੰਦਾ ਰਹਿੰਦਾ ਹਾਂ। ਸਾਦੀ ਜੀ ਕਹਿੰਦੇ ਨੇ। ਦੇਖੋ, ਦੂਜਿਆਂ ਬਾਰੇ ਜਾਣਨਾ, ਦੂਜਿਆਂ ਦੀਆਂ ਕਮੀਆਂ ਕੱਢਣੀਆਂ ਬਹੁਤ ਸੌਖੀਆਂ ਨੇ ਪਿਆਰਿਓ। ਆਪਣੇ ਆਪ ਨੂੰ ਕਹਿਣਾ ਹਮ ਨਹੀਂ ਚੰਗੇ, ਬੁਰਾ ਨਹੀਂ ਕੋਏ, ਪ੍ਰਣਵਤ ਨਾਨਕ ਤਾਰੇ ਸੋਏ, ਇਹ ਖੋਜ ਦੀਆਂ ਨਿਸ਼ਾਨੀਆਂ ਨੇ। ਇਹ ਆਪੇ ਨੂੰ ਚੀਨਣ ਦੀਆਂ। ਜਨ ਨਾਨਕ ਬਿਨ ਆਪਾ ਚੀਨੈ, ਮਿਟੇ ਨਾ ਭਰਮ ਕੀ ਕਾਈ। ਬੰਦੇ ਦੇ ਭਰਮ ਭੁਲੇਖੇ ਦੂਰ ਨਹੀਂ ਹੁੰਦੇ ਜਿਤਨਾ ਸਮਾਂ ਉਹ ਆਪਣੇ ਆਪ ਨੂੰ ਪਛਾਣਦਾ ਨਹੀਂ, ਆਪਣੇ ਆਪ ਨਾਲ ਬੈਠਦਾ ਨਹੀਂ, ਆਪਣੇ ਆਪ ਨੂੰ ਸਮਝਦਾ ਨਹੀਂ, ਉਹ ਆਪਣੇ ਆਪ ਨੂੰ ਹੀ ਧੋਖਾ ਦੇਈ ਜਾਵੇਗਾ। ਹੁਕਮਨਾਮੇ ਦੀ ਸ਼ੁਰੂਆਤ ਇੱਥੋਂ ਹੁੰਦੀ ਆ। ਟੋਡੀ ਮਹੱਲਾ ਪੰਜਵਾ। ਟੋਡੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਹੈ, ਹਰ ਬਿਸਰਤ ਸਦਾ ਖੁਆਰੀ। ਬਿਸਰਤ ਦੇ ਅਰਥ ਨੇ ਭੁਲਾ ਦੇਣਾ। ਉਹ ਚੀਜ਼ ਜਿਹੜੀ ਤੁਹਾਡੇ ਕੋਲ ਆ ਪਰ ਉਹਨੂੰ ਭੁਲਾ ਦੇਣਾ, ਜੋ ਤੁਹਾਡੇ ਦਿਲ ਦੇ ਅੰਦਰ ਧੜਕ ਰਹੀ ਆ, ਜੋ ਤੁਹਾਡੀਆਂ ਨਸਾਂ 'ਚ ਖੂਨ ਨੂੰ ਚਲਾ ਰਹੀ ਆ, ਉਹ ਸ਼ਕਤੀ ਜੋ ਸੂਰਜ ਨੂੰ ਚੜ੍ਹਾ ਰਹੀ ਆ, ਫੁੱਲਾਂ ਨੂੰ ਖਿੜਾ ਰਹੀ ਆ, ਜਿਹਨੇ ਚਾਰ ਪੈਰਾਂ ਵਾਲੇ, ਪਾਣੀ ਵਿੱਚ ਪੈਦਾ ਹੋਣ ਵਾਲੇ ਜੀਵ, ਅਸਮਾਨ 'ਚ ਉੱਡਣ ਵਾਲੇ, ਧਰਤੀ 'ਤੇ ਰੀਂਗਣ ਵਾਲੇ,
ਤੇ ਮਨੁੱਖ ਨੂੰ ਪੈਦਾ ਕੀਤਾ ਹੈ। ਉਹਨੂੰ ਭੁੱਲਣਾ ਹਰ ਬਿਸਰਤ ਸਦਾ ਖੁਆਰੀ। ਪਰਮਾਤਮਾ ਨੂੰ ਅਸੀਂ ਗਵਾ ਨਹੀਂ ਸਕਦੇ, ਭੁਲਾ ਸਕਦੇ ਹਾਂ, ਭੁਲਾਇਆ ਹੀ ਆ ਅਸੀਂ। ਉਹਨੂੰ ਭੁਲਾ ਕੇ ਹੁੰਦਾ ਕੀ ਆ? ਸਦਾ ਖੁਆਰੀ। ਬੇਪਤੀ ਹੁੰਦੀ ਆ ਬੰਦੇ ਦੀ ਸਦਾ ਹੀ, ਭਾਵ ਕਿ ਖੁਆਰ ਹੁੰਦਾ ਹੈ, ਕਦਮ ਕਦਮ ਤੇ ਨਿਰਾਸ਼ ਹੁੰਦਾ ਹੈ, ਉਦਾਸ ਹੁੰਦਾ ਹੈ, ਬੇਪਤ ਹੁੰਦਾ। ਕਿਹਦੇ ਹੱਥੋਂ? ਉਹਨਾਂ ਹਰ ਚੀਜ਼ਾਂ ਦੇ ਹੱਥੋਂ ਜਿਹੜੀਆਂ ਪਰਮਾਤਮਾ ਤੋਂ ਬਿਨਾਂ ਬੰਦੇ ਦੀ ਜ਼ਿੰਦਗੀ ਵਿੱਚ ਆ ਕੇ ਉਹਨੂੰ ਗਮਗੀਨ ਕਰ ਦਿੰਦੀਆਂ ਨੇ। ਉਹਨੂੰ ਭੁਲਾ ਕੇ ਬਹੁਤ ਲੋਕ ਰਾਜਨੀਤੀ ਵਿੱਚ ਜਾ ਕੇ ਤੇ ਉਹਨਾਂ ਜੋ ਕੀਤਾ ਤੇ ਉਹਦੀ ਕੋਈ ਆਪਾਂ ਕਹਿ ਨਹੀਂ ਸਕਦੇ ਕਿ ਪਰਮਾਤਮਾ ਰੱਬ ਦੇ ਪਿਆਰੇ ਉਹਨਾਂ ਦੀ ਜ਼ਿੰਦਗੀ ਉਹਨਾਂ ਤਬਾਹ ਕੀਤੀ ਆ। ਰੱਬ ਨੂੰ ਭੁਲਾ ਕੇ, ਰੱਬ ਨੂੰ ਭੁਲਾ ਕੇ ਕੋਈ ਚੋਰ ਬਣਿਆ, ਰੱਬ ਨੂੰ ਭੁਲਾ ਕੇ ਕੋਈ ਬਲਾਤਕਾਰੀ ਬਣਿਆ, ਰੱਬ ਨੂੰ ਭੁਲਾ ਕੇ ਕੋਈ ਡਾਕੂ ਬਣਦਾ, ਰੱਬ ਨੂੰ ਭੁਲਾ ਕੇ ਕੋਈ ਪਾਪੀ ਬਣਦਾ। ਜਦੋਂ ਉਹਨੂੰ ਯਾਦ ਰੱਖੋਗੇ ਤੁਸੀਂ ਇਨਸਾਨ ਬਣੋਗੇ। ਇੱਕ ਪੁਸਤਕ ਪੜ੍ਹ ਰਿਹਾ ਸੀ, ਬਹੁਤ ਸੁੰਦਰ ਆ। ਉਹਦੇ ਵਿੱਚ ਇੱਕ ਲਾਈਨ ਲਿਖੀ ਆ, ਇੱਕ ਹੀ ਲਾਈਨ ਨੇ ਸਾਰਾ ਕੁਝ ਸਪਸ਼ਟ ਕੀਤਾ। ਕਹਿੰਦੇ ਮਨੁੱਖ ਮੌਤ ਦੀ ਗੱਲ ਕਰਦਿਆਂ ਹੋਇਆਂ ਇਨਸਾਨ ਬਣ ਜਾਂਦਾ ਹੈ। ਮਨੁੱਖ ਮੌਤ ਦੀਆਂ ਗੱਲਾਂ ਕਰਨ ਸਮੇਂ ਇਨਸਾਨ ਬਣ ਜਾਂਦਾ ਹੈ, ਪਰ ਜਦੋਂ ਇਹਨੂੰ ਮੌਤ ਜਾਂ ਰੱਬ ਭੁੱਲ ਜਾਂਦਾ ਹੈ ਉਦੋਂ ਇਹ ਸ਼ੈਤਾਨ ਬਣ ਜਾਂਦਾ ਹੈ। ਬਿਨ ਪੂਰੇ ਗੁਰਦੇਵ ਫਿਰੈ ਸ਼ੈਤਾਨਿਆ। ਮੌਤ ਨੂੰ ਚੇਤੇ ਰੱਖ ਕੇ, ਰੱਬ ਨੂੰ ਯਾਦ ਰੱਖ ਕੇ ਬੰਦਾ ਇਨਸਾਨ ਹੈ, ਉਹਨੂੰ ਭੁਲਾ ਕੇ ਬੰਦਾ ਸ਼ੈਤਾਨ ਹੈ। ਤਾਕੋ ਧੋਖਾ ਕਹਾਂ ਵਿਆਪੈ, ਜਾ ਕੋ ਓਟ ਤੁਹਾਰੀ। ਪਰ ਜਿਹਨੂੰ ਵਾਹਿਗੁਰੂ ਯਾਦ ਆ ਉਹਨੂੰ ਧੋਖਾ ਨਹੀਂ ਮਿਲਦਾ। ਕਿਹਦੇ ਤੋਂ? ਆਪਣੇ ਆਪ ਤੋਂ ਹੀ। ਉਹਨੂੰ ਕੋਈ ਚੀਜ਼ ਠੱਗ ਨਹੀਂ ਸਕਦੀ। ਉਹਨੂੰ ਉਹਦੇ ਅੰਦਰ ਜਿਹੜੀਆਂ ਚੀਜ਼ਾਂ ਨੇ, ਕ੍ਰੋਧ ਨੂੰ ਠੱਗ ਨਹੀਂ ਸਕਦਾ। ਜਿਹਨੇ ਮਾਲਕ ਦੀ ਓਟ ਤੱਕੀ ਆ, ਜਾ ਕੋ ਓਟ ਤੁਹਾਰੀ। ਜਿਹਨੇ ਸਦਾ ਹੀ ਤੈਨੂੰ ਚੇਤੇ ਰੱਖਿਆ ਵਾਹਿਗੁਰੂ, ਉਹਨੂੰ ਕਿਵੇਂ ਧੋਖਾ ਕੋਈ ਦੇ ਸਕੇਗਾ? ਹਾਂ, ਸੰਤ ਜਿਹੜੇ ਹੁੰਦੇ ਨੇ ਉਹਨਾਂ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਜੇ ਉਹਨਾਂ ਨੂੰ ਧੋਖਾ ਮਿਲਿਆ ਹੈ, ਉਹਨਾਂ ਜਾਣ ਬੁੱਝ ਕੇ ਖਾਧਾ ਹੈ, ਤਰਸ ਕਰਕੇ ਖਾਧਾ ਹੈ। ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਗੁਰੂ ਅਰਜਨ ਦੇਵ ਜੀ ਕਹਿੰਦੇ ਇਹ ਧੋਖਾ ਹੋਇਆ ਹੈ ਜਾਣ ਬੁੱਝ ਕੇ ਉਹਨਾਂ ਨੇ ਤਰਸ ਕਰਕੇ ਸਾਹਮਣੇ ਵਾਲੇ ਤੇ ਕਿ ਹਟਦਾ ਨਹੀਂ ਹੈ, ਹਟਦਾ ਨਹੀਂ, ਤੇ ਖਾਧਾ ਹੋਵੇਗਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇੱਕ ਦਿਨ ਜਾ ਰਹੇ ਸੀ ਆਪਣੇ ਯੋਧਿਆਂ ਦੇ ਨਾਲ, ਸੂਰਬੀਰਾਂ ਸਿੰਘਾਂ ਦੇ ਨਾਲ, ਖਾਲਸੇ ਦੇ ਨਾਲ। ਰਸਤੇ ਵਿੱਚ ਉਹਨਾਂ ਨੂੰ ਹਰੀ ਚੰਦ ਨੇ ਘੇਰਾ ਪਾ ਲਿਆ। ਪਹਾੜੀ ਰਾਜਾ ਸੀ। ਕਹਿਣ ਲੱਗਾ, ਆਪਾਂ ਆਪਣੀ ਫੌਜ ਨੂੰ ਨਹੀਂ ਲੜਾਉਣਾ, ਦੇਖਣਾ ਹੈ ਗੋਬਿੰਦ ਤੇਰੇ ਵਿੱਚ ਸੂਰਮਤਾਈ ਕਿੰਨੀ ਗਾ। ਫੌਜ ਇੱਕ ਦੂਜੇ ਨਾਲ ਨਹੀਂ ਲੜੇਗੀ, ਆਪਾਂ ਦੋਨੋਂ ਹੀ ਲੜਾਂਗੇ ਤੇ ਫੈਸਲਾ ਹੋ ਜਾਏਗਾ ਇੱਕ ਦੂਜੇ ਦੀ ਮੌਤ ਨਾਲ ਕਿ ਕਿਹਦੀ ਫੌਜ ਜਿੱਤਦੀ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਜਿਵੇਂ ਤੇਰੀ ਇੱਛਾ ਹੈ ਉਵੇਂ ਹੀ ਹੋਵੇਗਾ। ਕਿਉਂਕਿ ਉਹਨੂੰ ਪਤਾ ਸੀ ਮੇਰੇ ਕੋਲ ਫੌਜ ਬਹੁਤ ਆ, ਹਰੀ ਚੰਦ ਨੂੰ ਤੇ ਇਹ ਜਾ ਨਹੀਂ ਸਕਦੇ ਕਿਤੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿਣ ਲੱਗਾ ਕਿ ਸੁਣਿਆ ਹੈ ਤੁਸੀਂ ਬਹੁਤ ਜ਼ਿਆਦਾ ਤੀਰ ਅੰਦਾਜ਼ੀ ਵਿੱਚ ਬਾਕਮਾਲ ਹੋ, ਸੁਣਿਆ। ਚਲੋ ਇਉਂ ਕਰੋ, ਪਹਿਲਾਂ ਵਾਰ ਤੁਸੀਂ ਕਰ ਲਓ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਨਹੀਂ, ਇਹ ਅਸੀਂ ਅੱਜ ਤੱਕ ਕੀਤਾ ਹੀ ਨਹੀਂ ਹੈ। ਕਿਸੇ ਤੇ ਪਹਿਲਾਂ ਵਾਰ ਕਰਨਾ ਸਾਡੀ
ਮਨ ਦੇ ਦਿਲ ਦੇ ਵਿੱਚ ਖਿਆਲਾਂ ਦੇ ਹਿੱਸੇ ਵਿੱਚ ਹੀ ਨਹੀਂ ਆਇਆ, ਸੋਚਾਂ ਦੇ ਵਿੱਚ ਵੀ ਨਹੀਂ ਆਇਆ ਕਿ ਪਹਿਲਾਂ ਕਿਸੇ ਤੇ ਵਾਰ ਕਰੀਏ, ਸਗੋਂ ਹਰੀ ਚੰਦ ਤੂੰ ਸਾਡੇ ਤੇ ਵਾਰ ਕਰ ਲਾ। ਕਹਿਣ ਲੱਗਾ ਇਹ ਗੁਰੂ ਜਿਹੜਾ ਹੈ ਹਰੀ ਚੰਦ ਕਹਿੰਦਾ ਇਹ ਤਾਂ ਭੋਲਾ ਹੀ ਬਹੁਤ ਆ, ਇਹਨੂੰ ਤਾਂ ਬਿਲਕੁਲ ਵੀ ਕੋਈ ਬੋਧ ਨਹੀਂ ਆ, ਮੈਂ ਪਹਿਲਾ ਵਾਰ ਕਰਾਂਗਾ ਕਿ ਯਕੀਨ ਆ ਕਿ ਪੱਕਾ ਹੀ ਪਤਾ ਵਾਰ ਮੇਰਾ ਖਾਲੀ ਜਾਊਗਾ। ਕਿਵੇਂ ਇਹਨਾਂ ਨੇ ਮੈਨੂੰ ਖੁੱਲ੍ਹ ਦਿਲੀ ਨਾਲ ਮੌਕਾ ਦਿੱਤਾ, ਤੀਰ ਉਹਨੇ ਫਿਰ ਕਮਾਨ ਵਿੱਚ ਕੱਸ ਕੇ ਚਲਾਇਆ, ਗੁਰੂ ਮਹਾਰਾਜ ਦੇ ਲੱਗਿਆ ਨਹੀਂ, ਕੰਨ ਨਾਲ ਛੂਹ ਕੇ ਤੇ ਚਲਿਆ ਗਿਆ ਹੈ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਰੱਬ ਨੇ ਮੇਰੀ ਰਾਖੀ ਕੀਤੀ, ਪਰਮਾਤਮਾ ਨੇ, ਕੋਈ ਮੈਨੂੰ ਕੁਝ ਨਹੀਂ ਹੋਇਆ ਹਰੀ ਚੰਦ ਦੇ ਤੀਰ ਨਾਲ। ਫਿਰ ਕਹਿਣ ਲੱਗਾ ਹਰੀ ਚੰਦ ਹੁਣ ਤੁਹਾਡੀ ਵਾਰੀ ਆ, ਅਸੂਲ ਸੀ ਜੰਗ ਦਾ, ਪਹਿਲਾਂ ਮੈਂ ਫਿਰ ਤੁਸੀਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨਹੀਂ, ਹਜੇ ਵੀ ਤੂੰ ਇੱਕ ਵਾਰ ਹੋਰ ਕਰ ਲੈ। ਫਿਰ ਕਹਿਣ ਲੱਗਾ ਲੋਕ ਇਹਨੂੰ ਗੁਰੂ ਕਹਿੰਦੇ ਨੇ ਤਾਂ ਭੋਲਾ ਹੀ ਬਹੁਤ ਆ, ਰਾਜਨੀਤੀ ਦੀ ਇਹਨੂੰ ਕੱਖ ਵੀ ਸਮਝ ਨਹੀਂ, ਪਹਿਲਾ ਮੌਕਾ ਦੇ ਦਿੱਤਾ, ਚਲੋ ਖਾਲੀ ਗਿਆ ਵਾਰ, ਦੂਜਾ ਖਾਲੀ ਜਾਵੇਗਾ ਪੱਕਾ ਹੀ ਪਤਾ ਨਹੀਂ। ਦੂਜਾ ਵਾਰ ਮਾਰਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ, ਇਸ ਵਾਰ ਉਹਨੇ ਤੇ ਦੂਜਾ ਨਿਸ਼ਾਨਾ ਜਦੋਂ ਬਣਾਇਆ ਉਹ ਵੀ ਖਾਲੀ ਚਲਾ ਗਿਆ। ਤੀਜੇ ਵਾਰ ਮੌਕੇ ਵੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਇੱਕ ਵਾਰ ਤੂੰ ਹੋਰ ਕਰ ਲਾ ਹਰੀ ਚੰਦ, ਅਜੇ ਵੀ ਸਾਡੇ ਅੰਦਰ ਜਿਹੜਾ ਸੰਤ ਹੈ ਉਹ ਅਜੇ ਸਿਪਾਹੀ ਨਹੀਂ ਬਣਿਆ, ਸੰਤ ਹੀ ਆ ਅਜੇ। ਫਿਰ ਬਹੁਤ ਹੈਰਾਨ ਹੋ ਕੇ ਤੀਜਾ ਵਾਰ ਜਦੋਂ ਉਹਨੇ ਮਾਰਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਮਰ ਕੱਸੇ ਦੇ ਉੱਪਰ ਇੱਕ ਚਮੜੇ ਦੀ ਪੇਟੀ ਬੰਨੀ ਸੀ, ਉਹਦੇ ਵਿੱਚ ਜਾ ਕੇ ਉਹ ਲੱਗਾ, ਖੁੱਭ ਗਿਆ, ਚੁੰਝ ਖੁੱਭੀ ਉਹਦੀ, ਚਮੜੇ ਦੀ ਪੇਟੀ ਫਟ ਗਈ। ਛੋਟਾ ਜਿਹਾ ਤੀਰ ਦਾ ਜਿਹੜਾ ਅਗਲਾ ਹਿੱਸਾ ਹੁੰਦਾ, ਨੋਕ ਜਿਹਨੂੰ ਕਹਿੰਦੇ ਆ, ਮਹਾਰਾਜ ਕਹਿੰਦੇ ਚੁਬੀ ਚੁੰਝ ਮੋਹੇ ਕਛੂ ਗਾਓ ਨਾ ਆਇਓ, ਬਸ ਥੋੜਾ ਜਿਹਾ ਉਹ ਲੱਗਾ ਮੈਨੂੰ ਤੀਰ, ਥੋੜਾ ਜਿਹਾ ਤੀਰ ਜਦੋਂ ਲੱਗਿਆ ਤੇ ਉਹਦੀ ਨੋਕ ਦੇ ਨਾਲ ਖੂਨ ਨਿਕਲਿਆ, ਜਾਮਾ ਪਲੀਤ ਹੋਇਆ, ਲਾਲ ਰੰਗ ਦੇ ਨਾਲ ਭਿੱਜ ਗਿਆ। ਉਦੋਂ ਮਹਾਰਾਜ ਕਹਿੰਦੇ ਸਾਡੇ ਅੰਦਰ ਸੁੱਤਾ ਹੋਇਆ ਸਿਪਾਹੀ ਜਿਹੜਾ ਸੀ ਜਾਗਿਆ। ਫਿਰ ਅਸੀਂ ਕਹਿੰਦੇ ਹਰੀ ਚੰਦ ਨੂੰ ਆਖਿਆ ਤੀਜੀ ਵਾਰ ਹੁਣ ਖਿਮਾ ਦਇਆ ਸੀਲ ਸੰਜਮ ਇਹਦੀ ਕੋਈ ਆਸ ਨਾ ਰੱਖੀ ਮੇਰੇ ਤੋਂ, ਤੈਨੂੰ 3 ਮੌਕੇ ਦੇ ਦਿੱਤੇ, ਹੁਣ ਆ ਤੀਜਾ ਵਾਰ ਜਿਹੜਾ ਮੈਂ ਖਾਲੀ ਨਹੀਂ ਕਰਾਂਗਾ। ਸਤਿਗੁਰੂ ਕਹਿੰਦੇ ਅਸੀਂ ਕਮਾਨ ਤੇ ਝਾੜ ਕੇ ਬਾਣ ਚਲਾਇਆ ਤੇ ਹਰੀ ਚੰਦ ਨੂੰ ਮਾਰ ਦਿੱਤਾ। ਕਹਿਣ ਦਾ ਭਾਵ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਸੰਤ ਜਿਹੜੇ ਹੁੰਦੇ ਨੇ, ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਗੁਰੂਆਂ ਨੂੰ ਜੇ ਉਹਨਾਂ ਕਿਤੇ ਖਾਧਾ ਵੀ ਆ, ਜਾਣ ਬੁੱਝ ਕੇ ਤਰਸ ਕਰਕੇ ਖਾਧਾ ਹੈ, ਲੈ ਹਰੀ ਚੰਦ ਇੱਕ ਵਾਰ ਤੂੰ ਹੋਰ ਕਰ ਲੈ, ਇੱਕ ਵਾਰ ਹੋਰ ਕਰ ਲੈ, ਚੱਲ ਛੱਡ ਇੱਕ ਵਾਰ ਹੋਰ ਕਰ ਲੈ। ਸੰਤ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ, ਗੁਰੂ ਮਹਾਰਾਜ ਨੂੰ ਧੋਖਾ ਨਹੀਂ ਦਿੱਤਾ ਜਾ ਸਕਦਾ। ਤਾ ਕੋ ਧੋਖਾ ਕਹਾਂ ਵਿਆਪੈ ਜਾ ਕੋ ਓਟ ਤੁਹਾਰੀ। ਜਿਨ੍ਹਾਂ ਨੂੰ ਉਹਦੀ ਓਟ ਹੁੰਦੀ ਆ ਉਹਨੂੰ ਕੌਣ ਧੋਖਾ ਦੇ ਸਕਦਾ ਹੈ। ਅੱਗੇ ਪੰਕਤੀ ਹੈ, ਠਹਿਰਾਓ ਦੇ ਕੇ ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਅਰਜ਼ਾਰੀ ਦੇ ਅਰਥ ਨੇ ਉਮਰ, ਸਰਪ ਦੇ ਅਰਥ ਆ ਸੱਪ। ਬਿਨ ਸਿਮਰਨ ਜੋ ਜੀਵਨ ਜ਼ਿੰਦਗੀ, ਬਿਨਾਂ ਸਿਮਰਨ ਤੋਂ ਜ਼ਿੰਦਗੀ ਜਾਂ ਜਿਹੜੀ ਉਮਰ ਹੁੰਦੀ ਆ ਭਾਵੇਂ ਉਹ ਬਹੁਤ ਲੰਮੀ ਹੋਵੇ ਪਰ ਉਹ ਸੱਪ ਦੇ ਵਾਂਗ ਹੁੰਦੀ ਆ। ਤੁਸੀਂ ਦੇਖਿਓ ਸੱਪਾਂ ਦੀ ਉਮਰ ਕਈ ਐਸੇ ਨੇ ਕਈ ਸਾਲ ਆ, ਬੰਦੇ ਤੋਂ ਵੀ ਵੱਧ ਆ। ਬੰਦੇ ਦੀ ਉਮਰ ਤਾਂ ਕੱਖ ਵੀ ਨਹੀਂ ਹੁਣ ਰਹੀ। 100 ਦੇ ਵਿੱਚੋਂ ਵੀ ਆਪਾਂ ਕਹਿ ਸਕਦੇ ਹਾਂ 70, 75, 80 ਇਹਦੇ ਕਰੀਬ ਹੀ ਆ, ਇੰਨੀ ਹੈ ਨਹੀਂ। ਜਿਉਂ-ਜਿਉਂ ਇੱਦਾਂ ਵੱਧਦਾ ਜਾਵੇਗਾ ਪੋਲਿਊਸ਼ਨ, ਇਹ ਘਟਦੀ ਜਾਵੇਗੀ। ਸਰਪ ਦੀ ਉਮਰ ਬਹੁਤ ਹੁੰਦੀ ਆ,
ਸੱਪਾਂ ਦੀ ਉਮਰ, ਮੱਛੀਆਂ ਦੀ ਉਮਰ, ਕੱਛੂ ਕੰਮੇ ਦੀ ਉਮਰ ਬਹੁਤ ਜ਼ਿਆਦਾ ਹੁੰਦੀ ਆ। 350 ਸਾਲ ਤੱਕ ਇਹਨਾਂ ਦੀ ਉਮਰ ਪਈ ਆ। ਇਹੋ ਜਿਹੇ ਵੀ ਜੀਵ ਨੇ। ਪਰ ਸੱਪ ਦੀ ਉਮਰ ਭਾਵੇਂ ਬਹੁਤ ਆ, ਗੁਰੂ ਸਾਹਿਬ ਜੀ ਕਹਿੰਦੇ, ਪਰ ਵੰਡਣੀ ਤਾਂ ਉਹਨੇ ਜ਼ਹਿਰ ਹੀ ਆ ਨਾ। ਵੰਡਣੀ ਉਹਨੇ ਜ਼ਹਿਰ ਆ। 100 ਸਾਲ ਬੰਦਿਆ ਤੂੰ ਜਿਉਂ ਲਵੇਂ, 100 ਸਾਲ ਵੀ, ਪਰ ਜੇ ਤੂੰ ਕਰਨੇ ਪਖੰਡ ਨੇ, ਜੇ ਤੂੰ ਕਰਨੀਆਂ ਹੀ ਗਲਤੀਆਂ ਨੇ, ਤੋੜਨੇ ਹੀ ਦਿਲ ਨੇ, ਫਿਰ ਤੂੰ ਸਰਪ ਦੇ ਵਰਗਾ ਹੈ। ਭਾਵੇਂ ਤੂੰ ਮਨੁੱਖ ਹਾਂ, ਪਰ ਕਰਮ ਤੇਰੇ ਸਰਪ ਜੈਸੇ ਨੇ। ਤੂੰ ਮਿਠਾਸ ਨਹੀਂ ਵੰਡੀ, ਫੁੱਲਾਂ ਦੇ ਵਾਂਗ ਖੁਸ਼ਬੂ ਨਹੀਂ ਵੰਡੀ, ਕੰਡਿਆਂ ਦੇ ਵਾਂਗ ਦੂਜਿਆਂ ਨੂੰ ਚੁਭਿਆ ਹੈ। ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ, ਯਮਕਾਲ ਸਹੇ ਸਿਰ ਡੰਡਾ ਹੈ। ਨੀਵਾਂ ਤਾਂ ਤੂੰ ਹੋਇਆ ਹੀ ਨਹੀਂ। ਤੇਰੀ ਜ਼ਿੰਦਗੀ ਸੱਪ ਜੈਸੀ ਸੀ, ਭਾਵੇਂ ਮਨੁੱਖ ਸੀ ਤੂੰ, ਭਾਵੇਂ ਮਨੁੱਖ ਸੀ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੁਹਾਰੀ। ਨਵ ਦਾ ਅਰਥ ਆ ਨੌ, ਖੰਡਨ ਦੇ ਅਰਥ ਇੱਥੇ ਨੇ ਹਿੱਸੇ। ਆਪਾਂ ਘਰ ਵਿੱਚ ਸੌਦਾ ਲੈ ਕੇ ਆਉਂਦੇ ਹਾਂ, ਖੰਡ ਹੁੰਦੀ ਆ ਰਾਸ਼ਨ ਦੇ ਵਿੱਚ, ਖੰਡ। ਉਹਦਾ ਨਾਮ ਪਤਾ ਕਿਉਂ ਪਿਆ? ਇਹ ਖੰਡ ਕਹਿੰਦੇ ਟੋਟਿਆਂ ਨੂੰ ਆ। ਜਿਹੜੀ ਚੀਜ਼ ਦੇ ਬਹੁਤ ਟੋਟੇ ਹੋਣ ਨਾ, ਟੋਟੇ, ਉਹਨੂੰ ਖੰਡ ਕਹਿੰਦੇ ਆ। ਖੰਡ ਦੇ ਕਿੰਨੇ ਟੁਕੜੇ ਹੁੰਦੇ ਨੇ? ਇੱਕ ਥੋੜ੍ਹੀ ਹੁੰਦਾ, ਗਿਣੇ ਹੀ ਨਹੀਂ ਜਾਣੇ ਇੰਨੇ ਹੁੰਦੇ। ਅਖੰਡ, ਅਖੰਡ ਜਦੋਂ ਆੜਾ ਉਹਦੇ ਅੱਗੇ ਲੱਗ ਜਾਂਦਾ, ਉਹ ਹੁੰਦਾ ਜੋ ਇੱਕ ਸਾਰ ਆ, ਟੁੱਟਦੀ ਨਹੀਂ। ਅਖੰਡ ਪਾਠ ਲਗਾਤਾਰ ਹੁੰਦਾ ਨਾ, ਲਗਾਤਾਰ, ਉਹਦਾ ਨਾਮ ਅਖੰਡ ਆ। ਨਵ ਖੰਡਨ, ਧਰਤੀ ਦੇ 9 ਟੁਕੜਿਆਂ ਦਾ ਕੋਈ ਰਾਜਾ ਹੋਵੇ, ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਅੰਤ ਚਲੇ ਗੋ ਹਾਰੀ, ਪਰ ਫਿਰ ਵੀ ਉਹ ਹਾਰ ਕੇ ਜਾਵੇਗਾ। ਸਾਦੀ ਜੀ ਇੱਕ ਬਚਨ ਕਰਦੇ ਹੁੰਦੇ ਨੇ, ਆਪਣੀ ਕਿਤਾਬ ਹੈ ਉਹਨਾਂ ਦੀ ਬੋਸਤਾਂ ਤੇ ਇੱਕ ਹੈ ਗੁਲਿਸਤਾਂ। ਉਹਦੇ ਵਿੱਚ ਕਹਿੰਦੇ ਗੁਰਮੁਖ ਕਿਹੜੇ ਹੁੰਦੇ ਨੇ? ਫਕੀਰ, ਜਿਹੜੇ ਇਹ ਦੁਨੀਆ ਦੇ ਰਾਜ ਨੂੰ ਤੀਲੇ ਦੇ ਸਮਾਨ ਸਮਝਦੇ ਨੇ। ਜਿਨ੍ਹਾਂ ਨੂੰ ਪਤਾ ਆ ਦੁਨੀਆ ਦਾ ਰਾਜ ਭਾਗ ਜਿਹੜਾ ਹੈ ਤੀਲੇ ਦੇ ਵਾਂਗ ਆ। ਨਵ ਖੰਡਨ ਕੋ ਰਾਜ ਕਮਾਵੇ, ਅੰਤ ਚਲੇ ਗੋ ਹਾਰੀ। ਮਿਸਰ ਦੇ ਵਿੱਚ ਇੱਕ ਰਾਜਾ ਸੀ ਤੇ ਉਹਨਾਂ ਨੇ ਇੱਕ ਕਹਾਣੀ ਲਿਖੀ ਆ, ਸ਼ੇਖ ਸਾਦੀ ਜੀ ਨੇ, ਬਹੁਤ ਸੋਹਣੀ ਆ। ਮਿਸਰ ਦੇ ਵਿੱਚ ਇੱਕ ਰਾਜਾ ਸੀ। ਉਹ ਰਾਜੇ ਨੇ ਇੱਕ ਕਿਲ੍ਹਾ ਬਣਾਇਆ ਬਹੁਤ ਮਜ਼ਬੂਤ, ਜਿਹੜਾ ਕਿ ਤੋਪਾਂ ਦੇ ਨਾਲ, ਜਿਹੜਾ ਕਿ ਗੋਲਿਆਂ ਦੇ ਨਾਲ ਟੁੱਟ ਨਹੀਂ ਸੀ ਸਕਦਾ। ਉਹਨੇ ਬਹੁਤ ਬੰਦਿਆਂ ਨੂੰ ਨਿਆਉਂਦਾ ਦਿੱਤਾ ਕਿ ਆਓ ਦੇਖੋ ਇਹ ਕਿਲ੍ਹਾ। ਕਹਿੰਦਾ ਦੇਖੋ ਕਿੰਨਾ ਤਕੜਾ ਬਣਿਆ, ਮਜ਼ਬੂਤ ਬਣਿਆ। ਇੱਦਾਂ ਇੱਦਾਂ ਉਹਨੇ ਸਿਫਤ ਕੀਤੀ। ਸਾਰੇ ਕਹਿੰਦੇ ਵਾਹ ਵੀ ਵਾਹ, ਬਹੁਤ ਸੋਹਣਾ ਹੈ। ਸਾਰਿਆਂ ਨੇ ਸਲਾਹ ਕੀਤੀ, ਸ਼ਲਾਘਾ ਕੀਤੀ ਉਹਦੀ ਕਿ ਵਾਕਈ ਨਹੀਂ ਇਹ ਟੁੱਟ ਸਕਦਾ। ਦੁਸ਼ਮਣ ਤਾਂ ਇਹ ਭੁੱਲ ਹੀ ਜਾਵੇ ਵੀ ਇਹਦੇ ਅੰਦਰ ਆ ਜਾਊਗਾ। ਇੱਕ ਫਕੀਰ ਉੱਥੇ ਆਇਆ ਸੀ, ਉਹ ਕਹਿੰਦੇ ਉਹ ਸੁਣੀ ਗਿਆ ਸਾਰਿਆਂ ਦੀ। ਕਹਿਣ ਲੱਗਾ ਰਾਜਨ ਮਿਸਰ ਦੇ ਬਾਦਸ਼ਾਹ ਨੂੰ, ਕਹਿੰਦਾ ਇੱਕ ਗੱਲ ਮੈਂ ਤੈਨੂੰ ਕਹਿਣਾ ਚਾਹਾਂਗਾ, ਹੋਰ ਕੋਈ ਆਵੇ ਚਾਹੇ ਨਾ ਆਵੇ, ਅਜ਼ਰਾਈਲ ਫਰਿਸ਼ਤਾ ਇਹਦੇ ਵਿੱਚ ਜ਼ਰੂਰ ਆਊਗਾ। ਤੂੰ ਜਿੰਨੀ ਮਰਜ਼ੀ ਕਿਲ੍ਹੇ ਦੀ ਕੰਧ ਮਜ਼ਬੂਤ ਕਰ ਲਾ, ਕਿਉਂਕਿ ਉਹ ਪਰਜਾ ਦਾ ਖਿਆਲ ਨਹੀਂ ਸੀ ਰੱਖ ਰਿਹਾ। ਲੁੱਟ ਖਸੁੱਟ ਕਰਕੇ ਉਹਨੇ ਧਨ ਦੌਲਤ ਜੋੜੀ, ਜਿਹਦੇ ਕਰਕੇ ਫਕੀਰ ਕਹਿਣ ਲੱਗਾ ਭਾਵੇਂ ਜਿੰਨਾ ਮਰਜ਼ੀ ਮਜ਼ਬੂਤ ਬਣਾ ਲਾ, ਮੌਤ ਦਾ ਫਰਿਸ਼ਤਾ ਆਵੇਗਾ, ਇਹ ਕਿਲ੍ਹੇ ਵਿੱਚੋਂ ਹੁੰਦਾ ਹੋਇਆ ਤੈਨੂੰ ਹਰ ਕੇ ਲੈ ਜਾਏਗਾ, ਤੇਰੀ ਜਿੰਦ ਨੂੰ ਵਿਆਹ ਕੇ ਲੈ ਜਾਏਗਾ। ਅਜ਼ਰਾਈਲ ਫਰਿਸ਼ਤਾ ਕਹਿ ਕਰ ਨਾਠੀ ਅੱਜ। ਕਹਿੰਦਾ ਤੂੰ ਖਿਆਲ ਹੀ ਨਹੀਂ ਕਰ ਰਿਹਾ। ਕਿਲ੍ਹਾ ਮਜ਼ਬੂਤ ਕਰਨ 'ਤੇ ਤੇਰਾ ਜ਼ੋਰ ਦਿੱਤਾ, ਤੇਰੀ ਪਰਜਾ ਪਤਾ ਕਿੰਨੀ ਦੁਖੀ ਆ ਤੇਰੇ ਤੋਂ, ਤੂੰ ਉਹਦੇ ਵੱਲ ਖਿਆਲ ਨਹੀਂ ਕਰ ਰਿਹਾ। ਕਹਿਣ ਦਾ ਭਾਵ ਇਹ ਆ, ਕਹਿਣ ਲੱਗਾ ਤੂੰ ਜਿੰਨਾ ਮਰਜ਼ੀ ਕਿਲ੍ਹਾ ਮਜ਼ਬੂਤ ਕਰ ਲਾ, ਅੰਤ ਖੇਹੇ ਕੀ ਖੇ, ਚਾਹੇ 100 ਸਾਲ ਜਿਉਂ ਲਓ ਤਾਂ ਵੀ ਅੰਤ ਖੇਹੇ ਕੀ ਖੇ। ਗਾਲਬ ਜੀ ਇਹਨੂੰ ਇੱਦਾਂ ਕਹਿੰਦੇ ਨੇ ਕਿ ਮੇਰੇ ਅੱਖਾਂ ਦੇ ਸਾਹਮਣੇ ਰੋਜ਼ ਤਮਾਸ਼ੇ ਹੁੰਦੇ ਨੇ, ਮੇਰੀਆਂ ਅੱਖਾਂ ਦੇ ਸਾਹਮਣੇ
ਰੋਜ਼ ਤਮਾਸ਼ੇ ਹੁੰਦੇ ਨੇ ਦੁਨੀਆ ਦੇ ਲੋਕਾਂ ਵਿੱਚ। ਮੈਂ ਦੇਖਦਾ ਹਾਂ ਕਿ ਕੀ ਤਮਾਸ਼ੇ ਹੁੰਦੇ ਨੇ। ਫਿਰ ਈਸਾ ਨੂੰ ਕਹਿੰਦੇ ਨੇ, ਹਜ਼ਰਤ ਈਸਾ ਨੂੰ ਕਹਿੰਦੇ ਉਹ ਕੀ ਕਰਦੇ ਨੇ, ਕਿਸੇ ਦੀਆਂ ਅੱਖਾਂ ਅੰਨੀਆਂ ਨੇ, ਹੱਥ ਰੱਖਦੇ ਨੇ, ਠੀਕ ਕਰ ਦਿੰਦੇ ਨੇ। ਮਸੀਹ ਜਿਹਨੂੰ ਕਹਿੰਦੇ ਆ, ਕ੍ਰਾਈਸਟ ਕਹਿੰਦੇ ਨੇ ਕਈ ਲੋਕ, ਵੱਖ ਵੱਖ ਨਾਂ ਨੇ। ਕਹਿੰਦੇ ਲੋਕਾਂ ਨੂੰ ਜਿਉਂਦੇ ਵੀ ਕਰ ਦਿੰਦੇ ਨੇ। ਗਾਲਿਬ ਜੀ ਕਹਿੰਦੇ, ਪਰ ਕਹਿੰਦੇ ਮੈਂ ਉਹਨਾਂ ਨੂੰ ਕਹਿਣਾ, ਜਿਹਨੂੰ ਹਜ਼ਰਤ ਈਸਾ ਨੇ ਜਿਉਂਦਾ ਕੀਤਾ ਜਾਂ ਕੋਈ ਵੀ ਪੈਗੰਬਰ ਕਰਦਾ, ਕੀ ਉਹ ਮਰਿਆ ਨਹੀਂ ਬਾਅਦ ਵਿੱਚ? ਇਹ ਵੀ ਬੱਚਿਆਂ ਦਾ ਖੇਡ ਹੀ ਆ। ਕਿਸੇ ਨੂੰ ਮਰਨ ਲੱਗੇ ਨੂੰ ਜਿਉਂਦਾ ਕਰ ਦੇਣਾ, ਮਰੇ ਨੂੰ ਜਿਉਂਦਾ ਕਰ ਦੇਣਾ। ਕਹਿੰਦਾ ਕੀ ਉਹ ਬਾਅਦ 'ਚ ਮਰਦਾ ਨਹੀਂ? ਫਰੀਦਾ ਬੁੱਢਾ ਹੋਆ ਸ਼ੇਖ ਫਰੀਦ ਕੰਬਣ ਲੱਗੀ ਦੇ, ਜੇ 100 ਵਰਿਆ ਜੀਵਣਾ ਭੀਤਨ ਹੋਸੀ ਖੇ। ਕੋਈ ਮਰ ਗਿਆ ਉਹਨੂੰ ਜਿਉਂਦਾ ਕਰਤਾ। ਕੀ ਗਾਲਿਬ ਜੀ ਕਹਿੰਦੇ ਬਾਅਦ 'ਚ ਮਰਿਆ ਨਹੀਂ ਉਹ? ਈਸਾ ਵੀ ਬੱਚਿਆਂ ਦੀਆਂ ਕਹਿੰਦਾ ਖੇਡਾਂ ਹੀ ਖੇਡਦਾ ਰਿਹਾ। ਇਸ ਕਰਕੇ ਮੇਰੇ ਸਾਹਮਣੇ ਤਮਾਸ਼ਾ ਹੁੰਦਾ ਹੈ। ਭਾਵ ਤੁਸੀਂ 100 ਸਾਲ ਜਿਉਂ ਲਓ, 200 ਸਾਲ ਜਿਉਂ ਲਓ, ਹੋਣਾ ਤਾਂ ਤੁਸੀਂ ਖੇ ਹੀ ਆ। ਫਰੀਦ ਸਾਹਿਬ ਜੀ ਕਹਿੰਦੇ, ਇਸ ਕਰਕੇ ਨਾਟਕ ਚੇਟਕ ਕੀਏ ਤੁਕਾਜਾ। ਦੁਨੀਆ ਦੇ ਲੋਕ ਜਿਹੜੇ ਨੇ ਕਰਮਾਂ ਕਾਂਡਾਂ ਵਿੱਚ ਫਸ ਜਾਂਦੇ ਨੇ। ਇਹਨਾਂ ਚੀਜ਼ਾਂ ਵਿੱਚ ਲੱਗ ਕੇ ਉਹਨਾਂ ਦੀ ਜ਼ਿੰਦਗੀ ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆਗੇ। ਗਾਲਿਬ ਜੀ ਕਹਿੰਦੇ ਬਸ ਆਹੀ ਤਮਾਸ਼ੇ ਕਰਦੇ ਨੇ ਲੋਕ। ਬਿਨ ਸਿਮਰਨ ਜੋ ਜੀਵਨ ਬਲਣਾ, ਸਰਪ ਜੈਸੇ ਅਰਜ਼ਾਰੀ। ਬਿਨਾਂ ਸਿਮਰਨ ਤੋਂ ਜੀਵਨ 100 ਸਾਲ ਸੱਪ ਵਰਗਾ ਹੀ ਆ। ਹੈ ਤੁਸੀਂ ਮਨੁੱਖ ਹੋ ਤੇ ਕਰਮ ਤੁਹਾਡੇ ਸੱਪ ਵਰਗੇ ਆ। ਉਹ ਜ਼ਹਿਰ ਵੰਡਦਾ, ਤੁਸੀਂ ਵੀ ਜ਼ਹਿਰ ਉਗਲ ਰਹੇ ਹੋ। ਨਵ ਖੰਡਨ ਕੋ ਰਾਜ ਕਮਾਵੇ। ਜੇ ਤੁਹਾਨੂੰ ਧਰਤੀ ਦੇ 9 ਹਿੱਸਿਆਂ ਦਾ ਰਾਜਾ ਵੀ ਬਣਾ ਦਈਏ, ਅੰਤ ਚਲੇਗੋ ਹਾਰੀ। ਅੰਤਲੇ ਸਮੇਂ ਵਿੱਚ ਤੁਸੀਂ ਹਾਰ ਕੇ ਜਾਓਗੇ। ਗੁਣ ਨਿਧਾਨ ਗੁਣ ਤਿਨਹੀ ਗਾਏ, ਜਾ ਕੋ ਕਿਰਪਾ ਧਾਰੀ। ਗੁਣ ਨਿਧਾਨ, ਨਿਧਾਨ ਦੇ ਅਰਥ ਹੁੰਦੇ ਖਜ਼ਾਨਾ। ਖਜ਼ਾਨਾ ਪਰਮਾਤਮਾ ਦੇ ਗੁਣਾਂ ਦੇ ਖਜ਼ਾਨਿਆਂ ਨੂੰ ਉਹਨਾਂ ਹੀ ਗਾਇਆ ਹੈ, ਜਾ ਕੋ ਕਿਰਪਾ ਧਾਰੀ। ਜੀਤੇ ਪਰਮਾਤਮਾ ਦੀ ਨਿਗਾਹ ਪਈ ਆ, ਜਿਹਦੇ ਤੇ ਕਿਰਪਾ ਹੋਈ, ਉਹਦਾ ਜਨਮ ਫਿਰ ਕਿਹੋ ਜਿਹਾ ਹੋ ਗਿਆ। ਸੋ ਸੁਖੀਆ ਧਨ ਉਸ ਜਨਮਾ। ਉਹ ਸੁਖੀਆ ਰਿਹਾ। ਨਾਨਕ ਭਗਤਾਂ ਸਦਾ ਵਿਗਾਸ। ਧਨ ਉਸ ਜਨਮਾ, ਉਹਦੀ ਜ਼ਿੰਦਗੀ ਵੀ ਧਨ ਹੀ ਸੀ। ਨਾਨਕ ਤਿਸ ਬਲਿਹਾਰੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ, ਉਹਦੇ ਤੋਂ ਮੈਂ ਬਲਿਹਾਰ ਜਾਂਦਾ, ਸਦਕੇ ਜਾਨਾ, ਜਿਹਨੇ 10 ਸਾਲ ਵੀ ਜਿਉਏ ਨੇ ਪਰ ਧਰੂ ਵਾਂਗ, ਪ੍ਰਹਿਲਾਦ ਵਾਂਗ ਬੰਦਗੀ ਕੀਤੀ। ਜਿਹਨੇ 25 ਸਾਲ 30 ਸਾਲ ਵੀ ਜਿਉਏ ਆ ਪਰ ਚੰਗੇ ਕਰਮ ਕਰਕੇ ਗਿਆ। ਮੈਂ ਉਹ ਤੋਂ ਬਲਿਹਾਰਾ ਹਾਂ ਜਿਹਨੇ 100 ਸਾਲ ਜਿਉਏ ਆ ਪਰ ਵੰਡੀ ਨਫ਼ਰਤਾ। ਉਹਨੂੰ ਮੈਨੂੰ ਕਹਿਣਾ ਪੈ ਰਿਹਾ ਉਹ ਸਰਪ ਹੈ, ਉਹ ਅਜਗਰ ਹੈ, ਦੁਨੀਆ ਦੇ ਲੋਕਾਂ ਵਿੱਚ ਜ਼ਹਿਰ ਹੀ ਵੰਡਦਾ ਰਿਹਾ। ਐਸਾ ਉਹਦਾ ਜੀਵਨ ਆ। ਦੁਨੀਆ ਵਿੱਚ ਬਹੁਤ ਸਾਰੇ ਸੰਤ ਹੋਏ, ਉਹਨਾਂ ਵਿੱਚੋਂ ਇੱਕ ਸੰਤ ਹੋਇਆ ਸਰਮੱਧ। ਦਿੱਲੀ ਦੀਆਂ ਗਲੀਆਂ ਦੇ ਵਿੱਚ ਮਸਤ ਹੋ ਕੇ ਫਿਰਦਾ ਸੀ। ਨਾਮ ਸੀ ਸੰਤ ਸਰਮੱਧ। ਔਰੰਗਜ਼ੇਬ ਨੇ ਕੀ ਕੀਤਾ, ਦਾਰਾ ਸ਼ਿਕੋ ਨੂੰ ਕਤਲ ਕਰ ਦਿੱਤਾ। ਆਪਣੇ ਵੱਡੇ ਭਰਾ ਨੂੰ ਜੋ ਵਿਦਵਾਨ ਸੀ, ਮੁਰਾਦ ਬਖਸ਼ ਨੂੰ ਕੈਦ ਕਰ ਲਿਆ। ਸ਼ਾਹਜਹਾਂ ਆਪਣੇ ਪਿਤਾ ਨੂੰ ਆਗਰੇ ਵਿੱਚ ਬੰਦੀ ਬਣਾ ਲਿਆ। ਦਿੱਲੀ ਦੇ ਤਖਤ ਤੇ ਬੈਠ ਗਿਆ। ਹਾਥੀ ਤੇ ਬੈਠਾ ਇੱਕ ਦਿਨ ਆ ਰਿਹਾ ਸੀ। ਜਿਹੜਾ ਸਰਮੱਧ ਸੀ ਨਾ, ਇਹ ਇੱਕ ਬਹੁਤ ਅਮੀਰ ਪਰਿਵਾਰ ਦੇ ਵਿੱਚ ਪੈਦਾ ਹੋਇਆ ਬੱਚਾ ਸੀ। ਜਦੋਂ ਇਹ 20 ਸਾਲਾਂ ਦਾ ਹੋਇਆ, ਮਾਂ ਪਿਓ ਇਹਦੀ ਚੜ੍ਹਾਈ ਕਰ ਗਏ। ਬਹੁਤ ਅਮੀਰ ਸੀ। ਸਾਧੂਆਂ ਦੀ ਸੰਗਤ ਵਿੱਚ ਪੈ ਗਿਆ। ਰੱਬ ਦੇ ਪਿਆਰਿਆਂ ਦੀ ਸੰਗਤ ਨੇ ਖੂਬ ਕੀਤੀ। ਸੰਤਾਂ ਨੇ ਆਉਣਾ, ਇੱਕ ਗੱਲ ਹੀ ਪੁੱਛਦਾ ਹੁੰਦਾ ਸੀ, ਸੰਤ ਜੀ ਰੱਬ ਦਾ ਮਾਰਗ ਕਿਵੇਂ ਹੈ, ਦੱਸੋ ਮੈਨੂੰ। ਇਹੀ ਪੁੱਛਦਾ ਸੀ, ਹੋਰ ਨਹੀਂ ਸੀ ਕੁਛ ਪੁੱਛਦਾ। ਸੰਤਾਂ ਨੂੰ ਇਹਨੇ ਨਵੇਂ ਮਕਾਨ ਬਣਾ ਕੇ ਦਿੱਤੇ, ਸਾਧੂਆਂ ਨੂੰ ਪੈਰਾਂ 'ਚ ਪਾਉਣ ਲਈ ਜੋੜੇ ਲੈ ਕੇ ਦਿੱਤੇ। ਇੱਕ ਦਿਨ ਕੋਈ ਫਕੀਰ ਇਹਦੇ ਘਰ ਵਿੱਚ ਆਇਆ ਤੇ ਉਹਨਾਂ ਦੀ ਖੂਬ ਸੇਵਾ ਕੀਤੀ। ਜਦੋਂ ਜਾਣ ਲੱਗੇ, ਉਹ ਵੀ ਰੱਬ ਦੇ ਪਿਆਰੇ ਸੀ, ਦਰਵੇਸ਼,
ਤੇ ਕਹਿੰਦਾ ਜੀ ਮੈਂ ਤੁਹਾਨੂੰ ਛੱਡ ਕੇ ਆਉਣਾ ਪਿੰਡ ਦੀ ਜੂਹ ਤੱਕ। ਗਿਆ ਤੇ ਆਉਣ ਲੱਗਾ ਪੁੱਛਣ ਲੱਗਾ ਜੀ ਰੱਬ ਦਾ ਮਾਰਗ ਕੀ ਆ, ਮੈਂ ਵੀ ਉਹਨੂੰ ਮਿਲਣਾ ਚਾਹੁੰਦਾ। ਉਹ ਕਹਿੰਦੇ ਵੀ ਵੈਸੇ ਨਾ ਕਿਤੇ ਉਹ ਕਹਿੰਦਾ ਹੋਵੇ, ਉਹਨਾਂ ਸੋਚਿਆ ਨੂੰ ਪਰਖ ਲਈਏ। ਕਹਿੰਦੇ ਇਉਂ ਕਰ, ਮੇਰੇ ਵਾਸਤੇ ਪਹਿਲਾਂ ਬਾਜ਼ਾਰ 'ਚ ਜਾ ਕੇ ਜੋੜਾ ਲਿਆ, ਪਹਿਲਾਂ ਮੈਨੂੰ ਕੁਝ ਦੇ ਫਿਰ ਮੈਂ ਤੈਨੂੰ ਦੱਸੂਗਾ, ਪਹਿਲਾਂ ਦਸ਼ਣਾ ਦੇ ਫਿਰ ਤੈਨੂੰ ਮੈਂ ਦੱਸੂਗਾ। ਉਹ ਲੈ ਆਇਆ, ਪਾ ਦਿੱਤਾ ਜੋੜਾ, ਉਹਨਾਂ ਨੂੰ ਪਹਿਨਾ ਦਿੱਤਾ। ਕਹਿੰਦੇ ਇੱਥੇ ਹੀ ਖੜਾ ਰਹਿ ਬਾਜ਼ਾਰ 'ਚ, ਕਹਿੰਦੇ ਇੱਥੇ ਹੀ ਖੜਾ ਰਹਿ, ਜਿੰਨਾ ਸਮਾਂ ਅਸੀਂ ਮੁੜਦੇ ਨਹੀਂ ਇੱਥੇ ਹੀ ਖੜਾ ਰਹੀ, ਅਸੀਂ ਤੈਨੂੰ ਆ ਕੇ ਦੱਸਾਂਗੇ ਰੱਬ ਨੂੰ ਕਿਵੇਂ ਮਿਲਿਆ ਜਾਂਦਾ ਸਰਮੱਧ। ਤੇ ਉਹ ਇੱਕ ਦਿਨ ਲੰਘ ਗਿਆ, ਸਬਰ ਦੇਖਣਾ ਸੀ ਉਹਨਾਂ ਤਾਂ, ਖੜਾ ਰਿਹਾ ਉਵੇਂ ਹੀ ਖੜਾ ਰਿਹਾ। ਰਾਤ ਵੀ ਲੰਘ ਗਈ ਸਾਰੀ, ਉੱਥੇ ਹੀ ਸਰਮੱਧ ਖੜਾ ਰਿਹਾ। ਅਗਲਾ ਦਿਨ ਹੋਇਆ ਉਵੇਂ ਹੀ ਖੜਾ ਰਿਹਾ। ਤੀਜੇ ਦਿਨ ਸਾਧੂ ਸੰਤੋ ਆਏ, ਦੇਖਿਆ ਇਹ ਤਾਂ ਉੱਥੇ ਹੀ ਖੜਾ ਹੈ, ਹੈਰਾਨ ਹੋ ਗਏ ਤੇ ਸਬਰ ਨੂੰ ਕਹਿੰਦੇ ਸਲਾਮ ਹੈ ਗਲਵੱਕੜੀ ਵਿੱਚ ਲੈ ਕੇ ਦੱਸਿਆ। ਕਹਿੰਦੇ ਮੁਖ ਤੋਂ ਸਿਮਰਨ ਕਰਿਆ ਕਰ, ਬਿਨ ਸਿਮਰਨ ਜੋ ਜੀਵਨ ਬਲਣਾ। ਇਵੇਂ ਜਪੇਂਗਾ ਨਾ ਤੇਰੇ ਅੰਦਰ ਦੀ ਭਾਵਨਾ ਨਹੀਂ ਤੈਨੂੰ ਉਹਦੇ ਨਾਲ ਮਿਲਾ ਦੇਣਾ। ਕੁਝ ਮਹੀਨਿਆਂ ਵਿੱਚ ਰੰਗ ਚੜ੍ਹ ਗਿਆ ਸਰਮੱਧ ਨੂੰ ਤਾਂ। ਦੱਸਣਿਆਂ ਦਾ ਜਦੋਂ ਪਤਾ ਲੱਗਿਆ ਵੀ ਸਿਮਰਨ ਹੈ ਰਾਹ, ਤੁਰ ਪਿਆ ਉਦੋਂ ਹੀ, ਤੁਰਿਆ ਤੇ ਪਹੁੰਚ ਗਿਆ ਸਰਮੱਧ ਫਕੀਰ। ਫਿਰ ਇਹਨੇ ਸਭ ਕੁਝ ਵੇਚਤਾ, ਘਰ-ਬਾਰ, ਬਹੁਤ ਅਮੀਰ ਘਰ ਦਾ ਪੁੱਤਰ ਸੀ, ਇਕਲੌਤਾ ਹੀ ਸੀ ਨਾਲੇ, ਸਾਧੂ ਸੰਤਾਂ ਨੂੰ ਦੇ ਕੇ ਆਪ ਦਿੱਲੀ ਦੀਆਂ ਗਲੀਆਂ ਵਿੱਚ ਫਿਰਦਾ ਹੁੰਦਾ ਸੀ। ਤੇ ਇੱਕ ਦਿਨ ਤੇ ਔਰੰਗਜ਼ੇਬ ਹਾਥੀ ਤੇ ਬਹਿ ਕੇ ਜਦੋਂ ਆਉਂਦਾ ਨਾ, ਸਾਰੇ ਇਹਨੂੰ ਕਹਿੰਦੇ ਆ ਸਰਮੱਧ ਤੇਰੀ ਆਹ ਅਵਸਥਾ ਜਿਹੜੀ ਆ, ਨਿਰਵਸਤਰ ਹੋ ਕੇ ਤੂੰ ਘੁੰਮਦਾ, ਤੇ ਇਹ ਨਗਨ ਹੋ ਕੇ ਜੋ ਘੁੰਮਦਾ ਪਾਸੇ ਹੋ, ਇਹ ਤੋਂ ਔਰੰਗਜ਼ੇਬ ਆ ਰਿਹਾ ਹੈ। ਔਰੰਗਜ਼ੇਬ ਜਦੋਂ ਆਇਆ ਉਹਨੇ ਵੇਖਿਆ ਇਹ ਤਾਂ ਕੋਈ ਫਕੀਰ ਆ, ਤੇ 2 ਗਜ ਕੱਪੜਾ ਉਹਨੇ ਦੇ ਦਿੱਤਾ ਕਿ ਲੈ ਦੇ ਨਾਲ ਤੂੰ ਆਪਣੇ ਬਦਨ ਨੂੰ ਢੱਕ ਲਾ, ਹੋ ਸਕਦਾ ਤੇਰੇ ਕੋਲ ਕੋਈ ਕੱਪੜਾ ਨਾ ਹੋਏ। ਦੇ ਦਿੱਤਾ ਪਰ ਉਹਨੇ ਸਿਰ ਤੇ ਬੰਨ੍ਹ ਲਿਆ, ਸਰੀਰ ਨਹੀਂ ਢਕਿਆ। ਔਰੰਗਜ਼ੇਬ ਗੁੱਸੇ ਹੋਇਆ, ਕਹਿੰਦਾ ਮੈਂ ਤੈਨੂੰ ਕੱਪੜਾ ਦਿੱਤਾ ਹੈ ਢਕਣ ਵਾਸਤੇ, ਤੂੰ ਸਿਰ ਤੇ ਕਿਉਂ ਬੰਨ੍ਹਿਆ? ਕਹਿਣ ਲੱਗਾ ਇਹਨੂੰ ਮੈਂ ਬਾਦਸ਼ਾਹ ਦਾ ਇੱਕ ਤੋਹਫਾ ਸਮਝ ਕੇ ਸਿਰ ਤੇ ਜਗ੍ਹਾ ਦਿੱਤੀ ਆ, ਸਨਮਾਨ ਕੀਤਾ, ਪਰ ਤੂੰ ਇੰਨਾ ਮੂੜ ਆ, ਤੈਨੂੰ ਇਹ ਨਹੀਂ ਪਤਾ ਮੈਂ ਤੇਰੇ ਦਿੱਤੇ ਹੋਏ ਕੱਪੜੇ ਦੀ ਇੱਜ਼ਤ ਕੀਤੀ ਆ, ਤੂੰ ਤਖਤ ਕਿਵੇਂ ਚਲਾਏਂਗਾ? ਨਾਲੇ ਕਹਿੰਦਾ ਔਰੰਗਜ਼ੇਬ ਤੂੰ ਕੱਜਿਆ ਹੋਇਆ ਵੀ ਨੰਗਾ ਹੈ, ਮੈਂ ਨਗਨ ਹੋ ਕੇ ਵੀ ਕੱਜਿਆ, ਮੇਰੇ ਅੰਦਰ ਤੈਨੂੰ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਹੀਂ ਦਿਖੇਗਾ। ਔਰੰਗਜ਼ੇਬ ਤੂੰ ਆਪਣੇ ਭਰਾਵਾਂ ਨੂੰ ਮਾਰ ਕੇ, ਪਿਤਾ ਨੂੰ ਕੈਦ 'ਚ ਪਾ ਕੇ, ਭਤੀਜਿਆਂ ਦਾ ਕਤਲ ਕਰਕੇ ਤੇ ਇੱਥੇ ਦਿੱਲੀ ਆ ਕੇ ਤਖਤ ਤੇ ਬਹਿ ਗਿਆ, ਤੇਰੇ ਜੈਸਾ ਨਹੀਂ ਮੈਂ ਹੈਗਾ, ਤੂੰ ਇੱਦਾਂ ਦਾ ਬੰਦਾ ਹੈ ਔਰੰਗਜ਼ੇਬ। ਤੇਰੀ ਜਿਹੜੀ ਜ਼ਿੰਦਗੀ ਆ, ਤੂੰ ਲਿਬਾਸ ਕਿੰਨੇ ਪਾਏ ਨੇ, ਸੋਨੇ ਦੇ ਕੱਪੜੇ ਵੀ ਪਾ ਕੇ ਤੂੰ ਨੰਗਾ ਹੈ, ਮੈਂ ਨਗਨ ਹੋ ਕੇ ਵੀ ਕੱਜਿਆ ਹਾਂ। ਤੇਰੇ ਵਿੱਚ ਉਹ ਖਾਮੀਆਂ ਨੇ ਕਿ ਜਿਹੜੀਆਂ ਕਦੇ ਵੀ ਊਣਤਾਈਆਂ ਪੂਰੀਆਂ ਨਹੀਂ ਹੋ ਸਕਦੀਆਂ। ਨਿਰਭਉ ਸੀ ਉਹ ਸਰਮੱਧ। ਰੱਬ ਨਾਲ ਜਿਹੜਾ ਜੁੜੇਗਾ ਉਹ ਨਿਰਭਉ ਹੋ ਜਾਏਗਾ, ਉਹ ਡਰੇਗਾ ਨਹੀਂ ਕਿਸੇ ਤੋਂ, ਕਿਉਂਕਿ ਉਹਨੂੰ ਮੌਤ ਤੋਂ ਕੋਈ ਡਰ ਨਹੀਂ ਲੱਗਦਾ। ਬਾਦਸ਼ਾਹ ਵੱਧ ਤੋਂ ਵੱਧ ਕੀ ਕਰ ਦੂਗਾ, ਮਾਰ ਹੀ ਦਊਗਾ ਨਾ, ਸਰਮੱਧ ਕਹਿੰਦਾ। ਤੇ ਮੌਤ ਤੋਂ ਮੈਂ ਡਰਦਾ ਨਹੀਂ, ਤੇ ਬਾਦਸ਼ਾਹ ਤੋਂ ਮੈਂ ਕੀ ਡਰਨਾ। ਦਿੱਲੀ ਦੀਆਂ ਗਲੀਆਂ ਵਿੱਚ ਸਾਰੇ ਲੋਕਾਂ ਦੇ ਸਾਹਮਣੇ ਭਰੇ ਬਾਜ਼ਾਰ ਵਿੱਚ ਔਰੰਗਜ਼ੇਬ ਨੂੰ ਕਹਿਣ ਵਾਲਾ ਕਿ ਅਸਲੀ ਕਾਬਲ ਤਖਤ ਦਾ ਦਾਰਾ ਸ਼ੁਕੋ ਆ ਤੂੰ ਨਹੀਂ, ਉਹ ਸਰਮੱਧ ਹੀ ਸੀ। ਫਿਰ ਇਹਨੇ ਬਾਅਦ ਵਿੱਚ ਬੇੜੀਆਂ 'ਚ ਜਕੜ ਕੇ ਨਾ ਸਰਮੱਧ ਨੂੰ ਤੇ ਕਤਲ ਕਰਵਾ ਦਿੱਤਾ ਸੀ ਔਰੰਗਜ਼ੇਬ ਨੇ, ਕਿਉਂਕਿ ਇਹ ਇਹੋ ਜਿਹਾ ਸੀ, ਫਕੀਰ ਇਹੋ ਜਿਹੇ ਹੁੰਦੇ ਨੇ। ਉਹਦੇ ਮੁਲਾਣੇ ਵੀ ਉਹਦੇ ਨਾਲ ਰਲੇ ਹੋਏ ਸੀ ਔਰੰਗਜ਼ੇਬ ਦੇ। ਇੱਕ ਦਿਨ ਉਹ ਤੇ ਮਸੀਤ ਵਿੱਚ ਆਵਾਜ਼ ਦੇਣ ਲੱਗਾ, ਮੌਲਵੀ ਕਹਿਣ ਲੱਗਾ ਜਿਹਦੀਆਂ ਆਵਾਜ਼ਾਂ ਦਿੰਨੇ ਹੋ ਤਾਂ ਚੜ੍ਹ ਕੇ, ਕਬੀਰ ਮੁੱਲਾ ਮਨਾਰੇ ਕਿਆ ਚੜ੍ਹੇ ਸਾਈਂ ਨਾ ਬਹਿਰਾ ਹੋਏ। ਕਹਿੰਦਾ ਉਹਨੂੰ ਪੈਰਾਂ ਵਿੱਚ ਤੁਸੀਂ ਥਾਂ ਦਿੱਤੀ ਹੋਈ ਹੈ। ਰੱਬ ਨੂੰ ਕਹਿਣ ਲੱਗਾ ਮੌਲਵੀਆਂ ਨੂੰ ਕਿ ਹੇ ਖੁਦਾ, ਆਹ ਬੰਦੇ ਤੇਰਾ ਨਾਮ ਜਪਣ ਵਾਲੇ ਪਖੰਡ ਕਿੰਨਾ ਕਰਦੇ ਆ, ਬਾਂਗ ਦਿੰਦੇ ਆ, ਪਰ ਅਸਲ 'ਚ ਇਹਨਾਂ ਨੇ ਤੈਨੂੰ ਦਿਲ 'ਚ ਨਹੀਂ ਪੈਰਾਂ ਥੱਲੇ ਰੋਲਿਆ ਹੋਇਆ। ਔਰੰਗਜ਼ੇਬ ਨੇ ਕਿੰਨੀਆਂ ਮਸੀਤਾਂ ਬਣਾਈਆਂ,
ਮੰਦਰਾਂ ਨੂੰ ਢਾਹ ਕੇ ਉਹ ਕਹਿੰਦਾ ਹੁੰਦਾ ਸੀ, ਉੱਚੀ ਉੱਚੀ ਹੋਕਾ ਦਿੰਦਾ ਸੀ ਦਿੱਲੀ ਦੀਆਂ ਗਲੀਆਂ 'ਚ ਕਿ ਔਰੰਗਜ਼ੇਬ ਰੱਬ ਤਾਂ ਤੂੰ ਪੈਰਾਂ ਦੀ ਜੁੱਤੀ ਸਮਝਦਾ ਹੈ। ਮੰਦਰ ਢਾਹ ਕੇ ਮਸੀਤਾਂ ਬਣਾਉਣ ਵਾਲਾ ਤੂੰ, ਉਹਨਾਂ 'ਤੇ ਗੋਲੇ ਦਾਗਣ ਵਾਲਾ ਤੂੰ, ਗੈਰ ਮੁਸਲਮਾਨਾਂ ਨੂੰ ਕਤਲ ਕਰਨ ਵਾਲਾ ਤੂੰ, ਇੱਦਾਂ ਕਰਕੇ ਸੰਤਾਂ ਨੂੰ ਦੁੱਖ ਦੇਣ ਵਾਲਾ ਤੂੰ, ਤੇ ਤੂੰ ਕੱਜਿਆ ਹੋਇਆ ਵੀ ਨੰਗਾ ਹੀ ਆ। ਭਾਵ ਕਿ ਪਰਮਾਤਮਾ ਦੀ ਦਰਗਾਹ ਵਿੱਚ ਤੇਰੇ ਇਹ ਕਾਜ ਜਿਹੜੇ ਕੀਤੇ ਨੇ ਉਗੜ ਜਾਣਗੇ। ਇਹ ਕਹਿਣ ਵਾਲਾ ਸਰਮੱਧ ਫਕੀਰ ਹੋਇਆ ਹੈ। ਤਾਂ ਸੋ ਸੁਖੀਆ ਧੰਨ ਉਸ ਜਨਮਾ, ਐਸੇ ਫਕੀਰਾਂ ਨੂੰ ਕਹਿਣਾ ਪਵੇਗਾ ਹੁਣ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇ ਗੋ ਹਾਰੀ। ਔਰੰਗਜ਼ੇਬ ਦਾ ਰਾਜ ਬਹੁਤ ਸਮਾਂ ਭਾਵੇਂ ਰਿਹਾ, ਬੜਾ ਕੁਝ ਉਹਨੇ ਬਹੁਤ ਰਾਜ ਆਪਣੇ ਸਾਮਰਾਜ ਵਿੱਚ ਮਿਲਾ ਲਏ, ਬੜਾ ਕੁਝ ਉਹਨੇ ਕੀਤਾ, ਪਰ ਅੰਤ ਚਲੇ ਗੋ ਹਾਰੀ। ਜ਼ਫਰਨਾਮੇ ਨੂੰ ਪੜ੍ਹ ਕੇ ਉਹਦੀ ਜਿਹੜੀ ਜਾਨ ਨਿਕਲੀ ਆ, ਉਹਦਾ ਰੋਣਾ ਦੱਸਦਾ ਸੀ ਕਿ ਉਹ ਹਾਰ ਕੇ ਗਿਆ। ਸਰਮੱਧ ਬੇੜੀਆਂ 'ਚ ਜਕੜਿਆ ਹੱਸਦਾ ਸੀ, ਕਹਿੰਦੇ ਸੀ ਕੈਦਖਾਨੇ 'ਚੋਂ ਆ ਕੇ ਸਰਮੱਧ ਤਾਂ ਹੱਸੀ ਜਾਂਦਾ। ਔਰੰਗਜ਼ੇਬ ਫੜ ਵੀ ਲਿਆ, ਕੈਦ ਵੀ ਕਰ ਲਿਆ, ਉਹ ਤਾਂ ਹੱਸੀ ਜਾਂਦਾ। ਸਰਮੱਧ ਕਹਿੰਦਾ ਸੀ ਤੂੰ ਮੇਰੇ ਹਾਸੇ ਤੇ ਮੁਸਕਰਾਹਟ ਨੂੰ ਕੈਦ ਨਹੀਂ ਕਰ ਸਕਦਾ, ਮੇਰੇ ਸਰੀਰਾਂ ਨੂੰ ਕੈਦ ਕਰ ਸਕਦਾ, ਪਰ ਮੇਰੀ ਆਹ ਮੁਸਕਰਾਹਟ ਨੂੰ ਤੂੰ ਕਿਵੇਂ ਕੈਦ ਕਰੇਂਗਾ? ਔਰੰਗਜ਼ੇਬ ਨਹੀਂ ਕਰ ਸਕਦਾ। ਇੱਦਾਂ ਦੇ ਜਿਹੜੇ ਫਕੀਰ ਹੁੰਦੇ ਨੇ ਗੁਰਸਿੱਖ ਪਿਆਰਿਓ, ਉਹਨਾਂ ਦੀ ਜ਼ਿੰਦਗੀ ਪਤਾ ਇਵੇਂ ਕਿਉਂ ਹੁੰਦੀ ਆ। ਸਿਮਰ 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 ਗੁਰ ਆਪਣਾ ਸੋਇਆ ਮਨ ਜਾਗਾਈ। ਉਹ ਜਾਗੇ ਹੁੰਦੇ ਨੇ। ਮਨ ਜਾਗਦਾ ਕਿਵੇਂ ਆ? ਸਿਮਰ ਸਿਮਰ ਕੇ। ਸਤਿਗੁਰ ਜਾਗਤਾ ਹੈ ਦਿਓ। ਗੁਰੂ ਜੀ ਜਾਗਦੇ ਨੇ, ਆਪਾਂ ਸੁੱਤੇ ਪਏ ਆ, ਮਨ ਸੁੱਤਾ ਪਿਆ ਹੈ। ਜਾਗੇ ਹੋਏ ਦੀ ਸੰਗਤ ਕਰਕੇ ਕੋਈ ਜਾਗਦਾ, ਤੇ ਜਿਹੜੇ ਜਾਗ ਜਾਂਦੇ ਨੇ ਸੁੱਤੇ ਲੋਕ ਉਹਨਾਂ ਨੂੰ ਪਸੰਦ ਨਹੀਂ ਕਰਦੇ। ਮੰਨ ਲਓ ਕੋਈ ਜਾਗਿਆ ਹੋਇਆ, ਅਸੀਂ ਗੂੜੀ ਨੀਂਦ 'ਚ ਹਾਂ, ਉਹ ਆ ਕੇ ਸਾਨੂੰ ਜਗਾਵੇ, ਅਸੀਂ ਬਹੁਤ ਖਿੱਝਦੇ ਹਾਂ। ਗੁਰੂ ਨਾਨਕ ਸਾਹਿਬ ਜੀ ਜਾਗੇ ਹੋਏ ਸੀ, ਦੁਨੀਆ ਦੇ ਲੋਕਾਂ ਨੂੰ ਜਗਾਇਆ ਫੜ ਫੜ ਕੇ। ਉਹਨਾਂ ਆਖਿਆ ਇਹ ਤਾਂ ਭੂਤ ਬਿਤਾਲ ਆ, ਇਹ ਤਾਂ ਕੁਰਾਈਆ। ਭਾਈ ਮਰਦਾਨਾ ਜੀ ਨੂੰ ਕਹਿੰਦੇ ਕਰਾਈਏ ਦਾ ਡੂਮ ਆ। ਰੋੜੇ ਮਾਰੇ ਉਹਨਾਂ ਨੇ, ਪਿੰਡ 'ਚ ਵੀ ਨਹੀਂ ਰਹਿਣ ਦਿੱਤਾ ਕਈਆਂ ਨੇ। ਗੁਰੂ ਅਰਜਨ ਦੇਵ ਜੀ ਨੇ ਜਗਾਇਆ ਤੇ ਉਹਨਾਂ ਨੂੰ ਤੱਤੀ ਤਵੀ ਤੇ ਬਿਠਾ ਦਿੱਤਾ। ਸੁੱਤੇ ਹੋਏ ਲੋਕ ਜਾਗੇ ਹੋਏ ਲੋਕਾਂ ਨੂੰ ਬਹੁਤ ਤਕਲੀਫ ਦਿੰਦੇ ਨੇ। ਗੁਰੂ ਤੇਗ ਬਹਾਦਰ ਜੀ ਜਾਗੇ ਸੀ, ਔਰੰਗਜ਼ੇਬ ਸੁੱਤਾ ਪਿਆ ਸੀ ਸਦਾ ਵਾਲੀ ਨੀਂਦ ਵਿੱਚ। ਉਹਨੇ ਉਹ ਕੀਤਾ ਜੋ ਸਾਧੂ ਸੰਤਾਂ ਨੂੰ ਦੁੱਖ ਦਿੱਤਾ, ਤੇ ਉਹ ਇੱਕ ਸੁੱਤੇ ਹੋਏ ਬੰਦੇ ਦੀ ਨਿਸ਼ਾਨੀ ਹੈ। ਤੇ ਛੋਟੇ ਬੱਚਿਆਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਚਿਣ ਦੇਣਾ, ਸਾਹਿਬਜ਼ਾਦਿਆਂ ਨੂੰ। ਸੁੱਤੇ ਲੋਕ ਇਹੋ ਜਿਹਾ ਕੁਝ ਕਰ ਸਕਦੇ ਆ, ਬੇਹੋਸ਼। ਉਹ ਬੰਦਾ ਜਿਹਨੂੰ ਹੋਸ਼ ਹੀ ਨਹੀਂ, ਮਦਹੋਸ਼ ਆ, ਇਹ ਬੰਦੇ ਉਹ ਕਰਦੇ ਨੇ। ਜਾਗਿਆ ਬੰਦਾ ਕਿਵੇਂ ਕਰੇਗਾ? ਜਾਗਿਆ ਬੰਦਾ ਤਾਂ ਕੌੜਾ ਬਚਨ ਨਹੀਂ ਬੋਲਦਾ ਕਿਸੇ ਨੂੰ। ਤਾਂ ਇਸ ਕਰਕੇ ਆਪਾਂ ਜਾਗਣਾ ਹੈ, ਆਪਾਂ ਮਨ ਨੂੰ ਸਵਾਉਣਾ ਨਹੀਂ, ਮਨ ਨੂੰ ਜਗਾਉਣਾ ਹੈ। ਤਾਂ ਮੌਤ ਦੀ ਗੱਲ ਕਰਦੇ ਹਾਂ, ਕੋਈ ਵੀ ਬੰਦਾ ਇਨਸਾਨ ਬਣ ਜਾਂਦਾ ਹੈ। ਤਾਂ ਹੀ ਗੁਰਬਾਣੀ ਵਿੱਚ ਵਾਰ-ਵਾਰ ਵਿਸ਼ੇ ਤੁਹਾਨੂੰ ਮੌਤ ਦੇ ਮਿਲਣਗੇ, ਪ੍ਰਸੰਗ ਤੁਹਾਨੂੰ ਮੌਤ ਦੇ ਮਿਲਣਗੇ। ਕਿਉਂ? ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰੇਣ ਕਾ, ਤੋ ਆਓ ਹਮਾਰੇ ਪਾਸ। ਇਹਨੂੰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਤੂੰ ਪਹਿਲਾਂ ਮੌਤ ਨੂੰ ਕਬੂਲ ਹੀ ਕਰ। ਮਨ ਵੀ ਮੌਤ ਮੈਨੂੰ ਯਾਦ ਆ, ਫਿਰ ਤੂੰ ਇੱਥੇ ਆ ਮੇਰੇ ਕੋਲੇ, ਫਿਰ ਮੈਂ ਤੈਨੂੰ ਕਬੂਲ ਕਰਾਂਗਾ। ਤੂੰ ਮੌਤ ਨੂੰ ਕਬੂਲ ਕਰ, ਮੈਂ ਤੈਨੂੰ ਕਬੂਲ ਕਰਾਂਗਾ। ਹੋ ਸਭਨ ਕੀ ਰੇਣ ਕਾ। ਜਦੋਂ ਤੂੰ ਮੌਤ ਨੂੰ ਸਵੀਕਾਰ ਕਰ ਲਿਆ, ਯਾਦ ਰੱਖਣ ਲੱਗ ਗਿਆ, ਲੋਕਾਂ ਦੇ ਚਰਨਾਂ ਦੀ ਧੂੜ ਤੂੰ ਆਪੇ ਹੀ ਹੋ ਜਾਏਗਾ। ਤੈਨੂੰ ਹੋਣ ਦੀ ਲੋੜ ਨਹੀਂ ਪੈਣੀ। ਇੱਕ ਹੁੰਦਾ ਮੈਂ ਧੱਕੇ ਨਾਲ ਕਹਿ ਰਿਹਾ, ਕਈ ਵਾਰ ਮਹਾਂਪੁਰਸ਼ਾਂ ਨੇ ਇੱਕ ਟੀਕੇ ਵਿੱਚ ਲਿਖਿਆ, ਜਪਜੀ ਸਾਹਿਬ ਦੇ ਕਹਿ ਕੇ ਸਮਾਪਤੀ ਕਰ ਦੇਣੀ ਆਪਾਂ। ਕਹਿੰਦੇ ਮੈਂ ਦੁਨੀਆ 'ਚ ਇਹੋ ਜਿਹੇ ਬੰਦੇ ਦੇਖੇ, ਕਹਿੰਦੇ ਮੈਨੂੰ ਆ ਕੇ ਕਹਿੰਦੇ ਸੰਤ ਜੀ ਮੈਂ ਤੁਹਾਡੇ ਚਰਨਾਂ ਦੀ ਧੂੜੀ ਹਾਂ। ਉਹ ਜਪਜੀ ਸਾਹਿਬ ਦੇ ਟੀਕੇ 'ਚ ਲਿਖਦੇ ਨੇ। ਕਹਿੰਦੇ ਮੈਂ ਵੀ ਕਹਿਤਾ ਵੀ ਹਾਂ ਤੂੰ ਧੂੜੀ ਹੋਈ ਆ।
ਕਹਿੰਦੇ ਉਹ ਗੁੱਸਾ ਕਰ ਗਏ, ਬਾਅਦ ਵਿੱਚ ਮੇਰੇ ਨਾਲ ਕਦੇ ਬੋਲੇ ਨਹੀਂ। ਮੈਨੂੰ ਆ ਕੇ ਕੋਈ ਕਹਿ ਦੇਵੇ ਅਸੀਂ ਤਾਂ ਜੀ ਤੁਹਾਡੇ ਚਰਨਾਂ ਦੀ ਧੂੜ ਆ, ਉਹ ਕਹਿੰਦੇ ਹਾਂ ਬਿਲਕੁਲ ਤੂੰ ਧੂੜ ਹੀ ਆ, ਚੈੱਕ ਕਰਨ ਲਈ ਕਹਿੰਦੇ ਮੈਂ ਕਹਿਤਾ। ਕਹਿੰਦੇ ਉਹ ਬੰਦੇ ਗੁੱਸਾ ਹੀ ਕਰ ਗਏ। ਆਪਾਂ ਇੱਦਾਂ ਵਾਲੀ ਨਿਮਰਤਾ ਨਹੀਂ ਬਣਾਉਣੀ ਵੀ ਉੱਪਰੋਂ ਉੱਪਰੋਂ ਕਹੀਏ ਜੀ ਅਸੀਂ ਚਰਨਾਂ ਦੀ ਧੂੜੀ ਹਾਂ, ਅਸੀਂ ਤਾਂ ਤੁਹਾਡੇ ਦਾਸ ਹਾਂ। ਆਪਾਂ ਦਿਲੋਂ ਕਹਿਣਾ ਹੈ। गुरु साहब दिल से जो बात निकलती है वो असर रखती है, ਉੱਪਰੋਂ नहीं। दिल तो ਜਿਹੜੀਆਂ ਗੱਲਾਂ ਆਪਾਂ ਕਰਾਂਗੇ ਉਹ ਸਵੀਕਾਰ ਹੁੰਦੀਆਂ ਨੇ ਪਿਆਰਿਓ। ਗੁਰੂ ਮਹਾਰਾਜ ਸਾਡੇ ਤੇ ਤਰਸੀ ਕਰਨ, ਝੂਠੀ ਨਿਮਰਤਾ ਤੋਂ ਰੱਬ ਸਾਨੂੰ ਬਚਾਈ ਰੱਖੇ। ਸੱਚੀ ਨਿਮਰਤਾ ਧਾਰਨ ਕਰੀਏ। ਸਭ ਦੀ ਦਿਲੋਂ ਇੱਜ਼ਤ ਇਸ ਕਰਕੇ ਕਰਨੀ ਆ, ਉਹਦੇ ਵਿੱਚ ਸਾਡਾ ਪਿਆਰਾ ਵਸਦਾ ਹੈ। ਇਸ ਕਰਕੇ ਨਹੀਂ ਕਰਨੀ ਕਿ ਉਹਦੇ ਕੋਲ ਕੋਈ ਅਹੁਦਾ ਹੈ ਜਾਂ ਉਹ ਬੰਦੇ ਕੋਲ ਕੋਈ ਅਹੁਦਾ ਨਹੀਂ ਹੈਗਾ। ਇਸ ਕਰਕੇ ਕਰਨੀ ਆ ਮੇਰਾ ਪਿਆਰਾ ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਸਾਰਿਆਂ ਵਿੱਚ ਵਸਦਾ, ਸਾਰਿਆਂ ਨੂੰ ਬੁਲਾਉਂਦਾ ਵੀ ਉਹੀ ਆ। ਆਪਾਂ ਉਹਦੇ ਕਰਕੇ ਇੱਜ਼ਤ ਕਰਨੀ ਆ ਸਭ ਦੀ। ਇਹਦੇ ਕਰਕੇ ਨਹੀਂ ਕਰਨੀ ਕਿ ਫਲਾਣਾ ਬੰਦਾ ਉਹਦੇ ਕੋਲ ਕੋਈ ਅਹੁਦਾ ਹੈ, ਕੱਲ੍ਹ ਨੂੰ ਉਹ ਤੋਂ ਖੋਹ ਲਿਆ ਅਹੁਦਾ, ਤੁਸੀਂ ਤਾਂ ਉਹਦੀ ਇੱਜ਼ਤ ਹੀ ਨਹੀਂ ਕਰਨੀ। ਆਪਾਂ ਇੱਜ਼ਤ ਰੱਬ ਕਰਕੇ ਕਰਨੀ। ਸਭ ਦੇ ਅੰਦਰ ਵਸਦੇ ਹੋਏ ਰੱਬ ਨੂੰ ਬਹੁਤ ਸਾਰਾ ਪਿਆਰ। ਆਓ ਆਪਾਂ ਹੁਣ ਵਾਹਿਗੁਰੂ ਜੀ ਦਾ ਸਿਮਰਨ ਕਰੀਏ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ 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 ਗੁਰੂ ਹੋ ਸੱਜਣ ਸੀਸੜੀਆਂ ਜਿਉਂ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ ਅਰਦਾਸ ਜੀਓ ਪਿੰਡ ਸਭ